ਵਾਹਿਗੁਰੂ 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 ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੋਆ ਸੁਖ। ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਉ। ਗੁਰਪੁਰਾ ਪਾਇਓ ਮੇਰੇ ਭਾਈ, ਦੁਖ ਸੋਗ ਰੋਗ ਸੋਗ ਸਭ ਦੁਖ ਬਿਨਾਸੇ। ਸਤਿਗੁਰ ਕੀ ਸਰਨਾਈ ਰਹਾਉ। ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਅਗਨ ਬੁਝੀ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀਨੀ ਦਾਤ। ਨਿਥਾਵੇ ਕੋ ਗੁਰ ਦੀਨੋ ਥਾਨ, ਨਿਮਾਣੇ ਕੋ ਗੁਰ ਕੀਨੋ ਮਾਨ। ਬੰਧਨ ਕਾਟ ਸਿਵ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਵੱਡੇ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਗੁਰ ਨਾਨਕ ਜਾ ਕੋ ਭਇਆ ਦਿਆਲਾ, ਸੋ ਜਨ ਹੋਆ ਸਦਾ ਸਦਾ ਨਿਹਾਲਾ। ਸਦਾ ਸਦਾ ਨਿਹਾਲਾ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦੇ ਸਾਗਰ, ਗੁਰੂਆਂ ਦੇ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹਾਂ, ਵਡਭਾਗੇ ਹਾਂ। ਗੁਰੂ ਸਾਹਿਬ ਨੇ ਮਿਹਰ ਕਿਰਪਾ ਦਇਆ ਕੀਤੀ ਹੈ। ਸਾਡੇ ਔਗਣਾਂ ਨੂੰ ਨਾ ਵੇਖਦੇ ਹੋਏ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦੀ। ਅੰਮ੍ਰਿਤ ਵੇਲਾ ਮਤਲਬ ਅੰਮ੍ਰਿਤ ਚਖਣ ਦਾ, ਅੰਮ੍ਰਿਤ ਰਸ ਲੈਣ ਦਾ, ਅੰਮ੍ਰਿਤ ਨੂੰ ਛਕਣ ਦਾ ਜਿਹੜਾ ਸਮਾਂ ਹੈ ਉਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਉਹ 8 ਪਹਿਰ ਦੇ ਵਿੱਚੋਂ ਕੋਈ ਵੀ ਵੇਲਾ ਹੋ ਸਕਦਾ ਹੈ। 8 ਪਹਿਰ ਦੇ ਵਿੱਚੋਂ ਜਿਸ ਵੇਲੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਉਸ ਵੇਲੇ ਨੂੰ ਕਹਿੰਦੇ ਹੈ ਧੰਨ ਸੋ ਵੇਲਾ, ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨ। ਜਿਸ ਵੇਲੇ ਰੱਬ ਨੂੰ ਯਾਦ ਕੀਤਾ ਜਾਂਦਾ ਉਸ ਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ। ਬਾਣੀ ਵਿੱਚ ਲਿਖਿਆ ਹੋਇਆ, ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਦੁਖ ਸੰਤਾਪ ਨ ਲੱਗੇ, ਜਿਸ ਹਰ ਕਾ ਨਾਮ ਆਧਾਰ। ਇਸ ਤਰ੍ਹਾਂ ਕੋਈ ਆਪਣੇ ਮਨ ਵਿੱਚ ਨਾ ਇਹ ਚੀਜ਼ ਬਣਾ ਕੇ ਬੈਠ ਜਾਏ, ਮੈਂ 2 ਵਜੇ ਜਿਹੜਾ ਉੱਠਦਾ, ਜਿਹੜਾ 4 ਵਜੇ ਉੱਠਦਾ, ਉਹਦੇ ਨਾਲੋਂ ਮੈਂ ਸੀਨੀਅਰ ਹਾਂ, ਇੱਦਾਂ ਨਾ ਕੋਈ ਸੋਚੇ। ਉਹਦੇ ਨਾਲੋਂ ਮੈਂ ਉੱਚਾ ਹਾਂ। ਅਤੇ 4 ਵਜੇ ਵਾਲੇ ਉੱਠਣ ਵਾਲੇ ਇਹ ਨਾ ਸੋਚਣ ਵੀ ਜਿਹੜਾ 6 ਵਜੇ ਉੱਠਦਾ ਉਹਦੇ ਨਾਲੋਂ ਮੈਂ ਉੱਪਰ ਹਾਂ। ਧਿਆਨ ਦੇਣਾ, ਜੇ 2 ਵਜੇ ਉੱਠਣ ਵਾਲਾ 3 ਵਜੇ ਉੱਠਣ ਵਾਲਾ ਜੁੜਿਆ ਨਾ, ਜੇ 5 ਵਜੇ ਵਾਲਾ ਜਾ ਕੇ ਜੁੜ ਗਿਆ, 5 ਵਜੇ ਉੱਠਣ ਵਾਲਾ ਪੂਰਨ ਰੂਪ ਦੇ ਨਾਲ ਜੁੜ ਗਿਆ,
ਤੇ ਰੱਬ ਗਿਣਤੀਆਂ ਨੂੰ ਨਹੀਂ ਦੇਖਦਾ, ਰੱਬ ਤੇ ਪ੍ਰੇਮ ਭਾਵ ਨੂੰ ਵੇਖਦਾ। ਹਾਂ, ਜੁੜਨ ਦੀ ਗੱਲ ਹੈ, ਜੁੜਨ ਦਾ ਵਿਚਾਰ ਹੈ। ਉਹ ਕੋਈ 2 ਵਜੇ ਉੱਠ ਕੇ ਜੁੜ ਜਾਵੇ, 3 ਵਜੇ ਉੱਠ ਕੇ ਜੁੜ ਜਾਵੇ, 4 ਵਜੇ ਉੱਠ ਕੇ ਜੁੜ ਜਾਵੇ, ਬਹੁਤ ਚੰਗੀ ਗੱਲ ਹੈ, ਪਰ ਉਸ ਚੀਜ਼ ਦਾ ਮਾਣ ਨਾ ਕਰੇ। ਇਹ ਨਾ ਬਾਕੀ ਟੱਬਰ ਨੂੰ ਜਾ ਕੇ ਆਖੇ ਮੈਂ ਤਾਂ ਇੰਨੇ ਵਜੇ ਉੱਠ ਪਿਆ, ਤੁਸੀਂ ਅਜੇ ਸੁੱਤੇ ਹੀ ਪਏ ਹੋ, ਤੂੰ ਉੱਠਿਆ ਨਹੀਂ। ਇੱਕ ਜਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਕਿਸੇ ਨੂੰ ਜਗਾਈ ਜਾਵੋ, ਉਹ ਜਾਗਦਾ ਨਹੀਂ, ਬਾਣੀ ਕਹਿੰਦੀ। ਤੇ ਰੱਬ ਦੀ ਮਿਹਰ ਹੀ ਹੁੰਦੀ ਹੈ ਜਿਹੜਾ ਸੁੱਤਿਆਂ ਨੂੰ ਜਗਾ ਦਿੰਦਾ। ਨਹੀਂ ਤੇ ਦੁਨੀਆ ਦੇ ਵਿੱਚ ਐਸੇ ਲੋਕ ਨੇ ਜਿਹੜੀ ਪਿਛਲੀ ਰਾਤ ਲੰਘੀ ਹੈ, ਕਈ ਸੁੱਤੇ ਸੀ ਅੱਜ ਜਾਗੇ ਨਹੀਂ ਹੋਣੇ। ਦੁਨੀਆ ਦੀ ਗੱਲ ਮੈਂ ਕਰਦਾ। ਜੇ ਕੋਈ ਜਾਗ ਕੇ ਆਪਣੀ ਗੁਰੂ ਦੀ ਗੋਦ ਵਿੱਚ ਬੈਠਾ ਤੇ ਉਸਨੇ ਜਗਾਇਆ, ਜੇ ਕੋਈ ਬੁਲਾ ਰਿਹਾ ਤੇ ਉਸਨੇ ਬੁਲਾਇਆ। ਬੀਤੀ ਲੰਘੀ ਰਾਤ ਨੂੰ ਪਤਾ ਨਹੀਂ ਕਿੰਨੀ ਕੁ ਦੁਨੀਆ ਬਿਮਾਰ ਹੋ ਗਈ, ਇਹ ਅਸੀਂ ਅੰਦਾਜ਼ਾ ਨਹੀਂ ਲਾਉਂਦੇ। ਪਤਾ ਨਹੀਂ ਕਿੰਨੀ ਕੁ ਰਾਤ ਨੂੰ ਹੌਸਪੀਟਲਾਂ 'ਚ ਚਲੇਗੀ ਐਮਰਜੈਂਸੀ। ਜੇ ਅਸੀਂ ਜਾਗ ਕੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਮਹਾਰਾਜ ਨੇ ਬਿਠਾਇਆ। ਜੇ ਬੋਲ ਰਹੇ ਹਾਂ, ਸੁਣ ਰਹੇ ਹਾਂ, ਜਿਉਂ ਬੁਲਾਵੈ ਤਿਉਂ ਬੋਲੈ ਹੈ ਸੁਆਮੀ। ਬੇਸ਼ੁਮਾਰ ਅਥਾ ਅਗਣਤ ਅਤੁਲੈ, ਜਿਉਂ ਬੁਲਾਓ ਤਿਉਂ ਨਾਨਕ ਦਾਸ। ਬੋਲਣਾ ਤੇ ਸੁਣਨਾ, ਇਹ ਸਾਰੀ ਚੀਜ਼ ਹੈ, ਇਹ ਗੁਰੂ ਸਾਹਿਬ ਆਪ ਹੀ ਕਰਦੇ ਹੈ, ਆਪ ਹੀ ਬਿਠਾਉਂਦੇ ਨੇ। ਸੋ ਇਸ ਕਰਕੇ ਅਸੀਂ ਕਹੀਦਾ ਅਸੀਂ ਵਡਭਾਗੇ ਹਾਂ। ਉਹ ਜੀਵ ਵੱਡਿਆਂ ਭਾਗਾਂ ਵਾਲਾ ਹੈ ਜਿਹੜਾ ਨਿਤ ਉੱਠ ਨਾਮ ਜਪ, ਜਿਹੜਾ ਉੱਠ ਕੇ ਰੱਬ ਦੀ ਸਿਫਤ ਸਲਾਹ ਵਿੱਚ ਜੁੜਦਾ। ਬਾਕੀ ਅਸੀਂ 23 ਘੰਟੇ 23.5 ਘੰਟੇ ਦੁਨੀਆ ਦੇ ਲਈ ਲਾ ਦੇਣੇ ਨੇ, ਲਾਣੇ ਆ ਨਾ। ਪਰ ਜਿਹੜਾ ਸਮਾਂ ਸਾਨੂੰ ਹੁਣ ਮਿਲ ਚੁੱਕਾ, ਗੁਰੂ ਸਾਹਿਬ ਦੀ ਕਿਰਪਾ ਹੈ, ਅੱਧਾ ਘੰਟਾ 1 ਘੰਟਾ ਉਹ ਜ਼ਰੂਰ ਸਾਨੂੰ ਗੁਰੂ ਦੇ ਲੇਖੇ ਲਾ ਦੇਣਾ ਚਾਹੀਦਾ। ਉਹ ਵੀ ਗੁਰੂ ਨੂੰ ਥੋੜ੍ਹਾ ਫਾਇਦਾ ਹੈ, ਉਹ ਤਾਂ ਸਾਨੂੰ ਹੀ ਫਾਇਦਾ ਹੈ। ਦੇਖੋ ਖਾਵਾਂਗੇ ਭੋਜਨ ਅਸੀਂ, ਭੁੱਖ ਸਾਡੀ ਮਿਟਣੀ ਹੈ। ਜੇ ਮੈਂ ਰੋਟੀ ਖਾਨਾ ਪਿਆ ਨਾਮ ਰੂਪੀ, ਤੇ ਮੇਰੀ ਕੋਈ ਵਾਈਫ ਜਾਂ ਘਰ ਵਾਲੀ ਮੇਰੇ ਬੱਚਿਆਂ ਦੀ ਭੁੱਖ ਥੋੜ੍ਹਾ ਉਤਰਨੀ ਹੈ। ਮੈਂ ਜਪਿਆ ਮੈਨੂੰ ਮਿਲੇਗਾ। ਜੇ ਮੇਰਾ ਟੱਬਰ ਉੱਠੇਗਾ, ਮੇਰੇ ਮਾਪੇ ਉੱਠਣਗੇ, ਜਪਣਗੇ, ਉਹਨਾਂ ਨੂੰ ਮਿਲੇਗਾ। ਕਿਉਂਕਿ ਕਰਮੀ ਆਪੋ ਆਪਣੀ, ਕਰਮੀ ਆਪੋ ਆਪਣੀ। ਇਹ ਤਾਂ ਹਰ ਇੱਕ ਨੂੰ ਰੱਬ ਨੇ ਅਲੱਗ-ਅਲੱਗ ਸੋਚ ਦਿੱਤੀ ਹੈ, ਹਰ ਇੱਕ ਨੂੰ ਅਲੱਗ-ਅਲੱਗ ਵਿਚਾਰ ਦਿੱਤੇ ਨੇ। ਜੇ 5 ਜੀ ਨੇ, 6 ਜੀ ਨੇ ਤੇ 6 ਤਰ੍ਹਾਂ ਦੇ ਵਿਚਾਰ, ਜੇ 2 ਜੀ ਨੇ ਤੇ ਦੋਨਾਂ ਨੂੰ ਅੱਡ-ਅੱਡ ਡਿਫਰੈਂਟ, ਅਲੱਗ-ਅਲੱਗ ਸੋਚ ਹੈ। ਹਰ ਤਰ੍ਹਾਂ ਦੀ ਇੱਕੋ ਵਰਗੀ ਸੋਚ ਨਹੀਂ ਹੈ। ਇਸ ਕਰਕੇ ਜਿਹੜਾ ਜੁੜਦਾ ਹੈ ਉਹ ਧਨ ਹੈ, ਜਿਹੜਾ ਜੁੜਦਾ ਉਹ ਧਨ ਹੈ, ਜਿਹੜਾ ਜੋੜਦਾ ਉਹ ਵੀ ਧਨ ਹੈ, ਜਿਹੜਾ ਸੁਣਦਾ ਉਹ ਵੀ ਧਨ ਹੈ, ਜਿਹੜਾ ਸੁਣਾਉਂਦਾ ਉਹ ਵੀ ਧਨ ਹੈ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਇਹ ਨਹੀਂ ਵੀ ਅਸੀਂ ਆਪ ਧਨ ਹੋ ਜਾਈਏ ਤੇ ਕਿਸੇ ਨੂੰ ਧਨ ਕਹਿਣ ਲੱਗੇ ਹਾਂ, ਸਾਡਾ ਮੂੰਹ ਜਾਂ ਜੀਵ ਸੁੱਕ ਜਾਏ ਵੀ ਨਹੀਂ ਕਿਸੇ ਨੂੰ ਧਨ ਨਹੀਂ ਕਹਿਣਾ। ਨਾ ਨਾ, ਬਾਣੀ ਵਿੱਚ ਧੰਨ ਧੰਨ ਗੁਰਸਿੱਖ ਲਿਖੇ ਨੇ ਵੀ ਉਹਨਾਂ ਨੂੰ ਧੰਨ ਕਹੋ, ਸਭ ਧੰਨ ਕਹੋ। ਗੁਰ ਸਤਿਗੁਰ ਜਿਤ ਮਿਲ ਹਰ ਪਰਦਾ ਕੱਜਿਆ। ਜਿਹੜਾ ਪਰਦਾ ਕੱਜ ਦੇਵੇ, ਧਿਆਨ ਦੇਣਾ, ਜਿਹੜਾ ਪਰਦਾ ਕੱਜ ਦੇਵੇ, ਜਿਹੜਾ ਇੱਜ਼ਤ ਪੱਤ ਰੱਖ ਲਵੇ, ਜਿਹੜਾ ਇੱਜ਼ਤ ਪੱਤ ਢੱਕ ਦੇਵੇ। ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਕਿਹੜੀ ਇੱਜ਼ਤ ਪੱਤ? ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੋ ਪੱਤ ਮੇਰੀ। ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਸਾਡੇ ਪੜਦੇ ਜਿੰਨੇ ਅਸੀਂ ਬੈਠੇ ਹਾਂ, ਢੱਕਣ ਵਾਲਾ ਕੌਣ ਹੈ? ਸਾਡਾ ਸਤਿਗੁਰ ਸੁਆਮੀ, ਸਾਡਾ ਗੁਰੂ ਨਾਨਕ ਪਾਤਸ਼ਾਹ। ਉਹ ਭਰਮ ਦੇ ਪਰਦੇ ਵੀ ਖੋਲ੍ਹਦਾ ਹੈ, ਭਰਮ ਕੇ ਪਰਦੇ ਸਤਿਗੁਰ ਖੋਲ੍ਹੇ।
ਉਹ ਸਾਡੀ ਲਾਜ ਵੀ ਉਹੀ ਰੱਖਦਾ ਹੈ। ਬਾਣੀ ਦੀ ਪੰਕਤੀ ਆ ਰਹੀ ਹੈ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛ ਨਾ ਕਹੇ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛ ਨਾ ਕਹੇ। ਤੇ ਮਹਾਰਾਜ ਜੀ ਕਹਿੰਦੇ ਹੁਣ ਬੜੀ ਇੱਕ ਪੰਕਤੀ ਦੇ ਲਾਜ ਲਫ਼ਜ਼ ਆਇਆ, ਇਹਦੇ ਨਾਲ ਮੈਨੂੰ ਹੋਰ ਯਾਦ ਆ ਗਿਆ। ਉਹਦੇ ਵਿੱਚ ਮਹਾਰਾਜ ਜੀ ਨੇ ਚੋਟ ਮਾਰੀ ਹੈ, ਲਾਜ ਮਰੇ ਜੋ ਨਾਮ ਨਾ ਲੇਵੇ। ਲਾਜ ਦਾ ਮਤਲਬ ਹੁੰਦਾ ਸੰਗ ਸ਼ਰਮ। ਮਹਾਰਾਜ ਜੀ ਕਹਿੰਦੇ ਦੇਖੋ ਜੇ ਤੁਸੀਂ ਇਹਦਾ ਅਰਥ ਪੜ੍ਹੋਗੇ ਇੱਦਾਂ ਹੀ ਲਿਖਿਆ ਹੋਇਆ, ਤੈਨੂੰ ਲਾਜ ਨਾਲ ਸ਼ਰਮ ਨਾਲ ਉਸ ਇਨਸਾਨ ਨੂੰ ਮਰ ਜਾਣਾ ਚਾਹੀਦਾ। ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਣ ਸੁਖੀ ਕਿਉਂ ਸੋਵੈ। ਨਾਮ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਜੇ ਤੂੰ ਸੁੱਖ ਦੀ ਭਾਲਣਾ ਕਰਦਾ, ਜੇ ਤੂੰ ਨਾਮ ਨੂੰ ਭੁਲਾ ਕੇ ਰੱਬ ਨੂੰ ਭੁਲਾ ਕੇ ਕਹੇਂਗਾ ਵੀ ਮੇਰੇ ਵਿਹੜੇ ਮੇਰੇ ਹਿਰਦੇ ਵਿੱਚ ਖੁਸ਼ੀ ਜਾਂ ਸੁੱਖ ਆ ਜਾਏਗਾ, ਤੇ ਇਹ ਤੇਰਾ ਭੁਲੇਖਾ ਨਹੀਂ ਆਏਗਾ, ਨਹੀਂ ਆਏਗਾ। ਉਸ ਮਾਲਕ ਦੀ ਯਾਦ ਦੇ ਵਿੱਚ ਖੁਸ਼ਹਾਲੀ ਹੈ, ਉਸ ਮਾਲਕ ਦੀ ਯਾਦ ਦੇ ਵਿੱਚ ਸ਼ਾਂਤੀ ਹੈ, ਉਸ ਮਾਲਕ ਦੀ ਯਾਦ ਦੇ ਵਿੱਚ ਦੁੱਖ ਦਲਿੱਦਰ, ਦੁੱਖ ਦਰਦ ਭਰਮ ਤਾਕਾ ਭਾਗੀ। ਉਸ ਮਾਲਕ ਦੀ ਕਿਰਪਾ ਦੇ ਨਾਲ ਦੁੱਖ ਕਲੇਸ਼ ਦਰਦ ਭਰਮ ਭਾਉ ਜਾਂਦਾ। ਹੋਰ ਕਿਸੇ ਚੀਜ਼ ਨਾਲ ਦੁੱਖ ਦਰਦ ਭਰਮ ਭੈ ਭਾਉ ਨਹੀਂ ਜਾਂਦਾ। ਨਿਰਭਉ ਜਪੇ ਸਗਲ ਭਾਉ ਮਿਟੇ। ਦੁਨੀਆ ਦਾ ਹਰ ਬੰਦਾ ਡਰ ਵਿੱਚ ਜੀ ਰਿਹਾ, ਧਿਆਨ ਦੇਣਾ। ਤੇ ਅਸੀਂ ਜੁੜਨਾ ਉਹਦੇ ਨਾਲ ਹੈ ਜਿਹੜਾ ਡਰ ਤੋਂ ਰਹਿਤ ਕਰਦਾ। ਕੌਣ? ਨਿਰਭਉ ਨਿਰਵੈਰ। ਅਸੀਂ ਸਾਰੇ ਹੀ ਡਰ ਵਿੱਚ ਜਿਉਂਦੇ ਪਏ ਹਾਂ। ਮੇਰੇ ਨਾਲ ਕੁਝ ਘੰਟੇ ਬਾਅਦ ਇੰਜ ਨਾ ਹੋ ਜਾਏ, ਕੱਲ੍ਹ ਨੂੰ ਇੰਜ ਨਾ ਹੋ ਜਾਏ, ਪਤਾ ਨਹੀਂ ਇਹ ਚੀਜ਼ ਮਿਲੇ ਜਾਂ ਨਾ ਮਿਲੇ, ਪਤਾ ਨਹੀਂ ਆ ਨਾ ਹੋ ਜਾਏ। ਜਾਂ ਸਭ ਤੋਂ ਵੱਡਾ ਡਰ ਬਾਣੀ ਵਿੱਚ ਲਿਖਿਆ ਵੀ ਕਿਧਰੇ ਮੈਂ ਮਾਰੀ ਨਾ ਜਾਵਾਂ। ਸਭ ਤੋਂ ਵੱਡਾ ਡਰ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਫਿਰ ਕਲੀਅਰ ਹੋ ਜਾਂਦਾ ਹੈ। ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਏ। ਸਭ ਤੋਂ ਵੱਡਾ ਡਰ ਮਨੁੱਖ ਨੂੰ ਇੰਝ ਲੱਗਾ ਰਹਿੰਦਾ ਹੈ ਅਜੇ ਤੱਕ ਮੈਂ ਕੁਝ ਦੇਖਿਆ ਨਹੀਂ, ਕਿਧਰੇ ਮੈਂ ਸੰਸਾਰ ਤੋਂ ਨਾ ਚਲਿਆ ਜਾਵਾਂ। ਇਹ ਡਰ ਪਤਾ ਕਿਸ ਨੇ ਮੁਕਾਉਣੇ ਨੇ? ਇਹ ਬਾਣੀ ਨੇ ਮੁਕਾਉਣੇ ਨੇ। ਇਹ ਜਦੋਂ ਸਾਨੂੰ ਗਿਆਨ ਮਿਲਦਾ ਨਾ, ਸਾਨੂੰ ਪਤਾ ਲੱਗਦਾ ਵੀ ਸੱਚ ਕੀ ਹੈ। ਫਿਰ ਹੌਲੀ ਹੌਲੀ ਡਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਅੰਦਰੋਂ। ਜਿਵੇਂ ਅਸੀਂ ਥੋੜ੍ਹੀ ਥੋੜ੍ਹੀ ਦਵਾਈ ਲੈਂਦੇ ਹਾਂ ਨਾ, ਹੌਲੀ 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 ਉਹ ਰੋਗ ਜਾਂਦਾ 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 ਜਾਂਦਾ। ਇੱਕ ਦਿਨ ਫਿਰ ਟੈਸਟ ਕਰਾਉਂਦੇ ਹਾਂ, ਸੈਂਪਲ ਦਿੰਦੇ ਹਾਂ ਲੈਬੋਰਟਰੀ ਦੇ ਵਿੱਚ, ਉਹ ਕਹਿੰਦਾ ਵੀ ਬਿਲਕੁਲ ਸਹੀ ਹੈ। ਕਾਹਦੇ ਨਾਲ ਸਹੀ ਹੋਇਆ? ਡੋਜ਼ ਨਾਲ, ਇੰਜੈਕਸ਼ਨ ਨੂੰ ਇੰਜੈਕਟ ਕੀਤਾ ਉਹਦੇ ਨਾਲ। ਹੌਲੀ 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 ਐਂਟੀਬਾਇਓਟਿਕ ਲਈ ਉਹਦੇ ਨਾਲ ਹੌਲੀ ਹੌਲੀ ਇਹ ਰੋਗ ਚਲਾ ਗਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਅੰਦਰ ਰੋਗ ਪੈਦਾ ਹੋਏ ਨੇ, ਜਿਹਨੂੰ ਕਹਿੰਦੇ ਨੇ ਤਿੰਨੇ ਤਾਪ, ਨਿਵਾਰਨ ਹਾਰਾ, ਦੁੱਖ ਹੰਤਾ, ਸੁਖ ਰਾਸ, ਤਾਕੋ ਬਿਘਨ ਨ ਕੋ ਲਾਗੇ, ਜਾਕੀ ਪ੍ਰਭ ਆਗੇ ਅਰਦਾਸ। ਇਹ ਵੀ ਰੋਗ ਤੇਰੇ ਨਾ ਬਾਣੀ ਪੜ੍ਹਨ ਨਾਲ, ਸੁਣਨ ਦੇ ਨਾਲ ਦੂਰ ਹੋਣੇ ਨੇ। ਤੁਸੀਂ ਸੁਣ ਕੇ ਜਾਂਦੇ ਹੋ, ਨਹੀਂ ਮਹਿਸੂਸ ਹੁੰਦਾ ਹਲਕਾ ਹਲਕਾ। ਜੇ ਨਹੀਂ ਹੁੰਦਾ ਤਾਂ ਫਿਰ ਆਪਣੇ ਆਪ ਨੂੰ ਪੜ੍ਹੋ, ਜਾਂ ਮੈਂ ਵੀ ਆਪਣੇ ਆਪ ਨੂੰ ਪੜ੍ਹਨਾ ਚਾਹੀਦਾ। ਕਿਉਂ ਨਹੀਂ ਹਲਕਾ ਹੋਇਆ? ਕਿਉਂ ਸ਼ਾਂਤੀ ਨਹੀਂ ਆਈ? ਇਹਦਾ ਮਤਲਬ ਅੰਦਰ ਉੱਥੇ ਚੀਜ਼ ਟੱਚ ਨਹੀਂ ਹੋਈ, ਬਾਣੀ ਉੱਥੇ ਪਹੁੰਚੀ ਨਹੀਂ ਜਿੱਥੇ ਪਹੁੰਚਾਉਣੀ ਸੀ। ਜੇ ਸੁਣ ਕੇ ਸ਼ਾਂਤੀ ਆਉਂਦੀ ਹੈ, ਜੇ ਗੁਰੂ ਦੇ ਦਰਸ਼ਨ ਕਰਕੇ ਸ਼ਾਂਤੀ ਆਉਂਦੀ ਹੈ, ਸਮਝ ਲੈਣਾ ਮਿਹਰ ਕਿਰਪਾ ਮਹਾਰਾਜ ਦੀ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਨਹਦ ਤੂਰੇ। ਸੋ ਇਸ ਕਰਕੇ ਸ਼ਾਂਤੀ ਜਿਹੜੀ ਹੈ ਗੁਰੂ ਸਾਹਿਬ ਤੋਂ ਮਿਲਦੀ ਹੈ। ਸੋ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਜੀ ਨੇ ਸਾਨੂੰ ਸਰਵਣ ਕਰਵਾਇਆ। ਪ੍ਰਥਮੇ ਮਿਟਿਆ ਤਨ ਕਾ ਦੁੱਖ। ਜਦੋਂ ਸਾਹਿਬ ਜੀ ਕਹਿੰਦੇ ਨੇ, ਗੁਰੂ ਸਾਹਿਬ ਜਦੋਂ ਗੁਰੂ ਨੂੰ ਬੰਦਾ ਮਿਲਦਾ ਹੈ ਨਾ, ਸਭ ਤੋਂ ਪਹਿਲਾਂ ਉਹਦਾ ਤਨ ਜਿਹੜਾ ਨਾ ਉਹ ਨਿਰਮਲ ਹੁੰਦਾ। ਬਾਣੀ ਦੀ ਇੱਕ ਪੰਕਤੀ ਆ ਰਹੀ ਹੈ, ਜਿਵੇਂ ਲਿਖਿਆ ਨਾ, ਪ੍ਰਥਮੇ ਮਤਲਬ ਪਹਿਲਾਂ, ਪ੍ਰਥਮੇ ਮਿਟਿਆ ਤਨ ਕਾ ਦੁੱਖ। ਸਭ ਤੋਂ ਪਹਿਲਾਂ ਤਨ ਦਾ ਦੁੱਖ ਮਿਟਦਾ।
ਉਹ ਕਿੱਦਾਂ? ਪੰਕਤੀ ਇੱਕ ਹੋਰ ਨਾਲ ਜੋੜਦੇ ਆ, ਪਤਾ ਲੱਗ ਜਾਏਗਾ। ਕਿਹੜੀ ਪੰਕਤੀ? ਤਨ ਮਨ ਹੋਏ ਨਿਹਾਲ। ਪਹਿਲਾਂ ਮਨ ਨਹੀਂ ਲਿਖਿਆ, ਪਹਿਲਾਂ ਲਿਖਿਆ ਤਨ, ਕਿਉਂਕਿ ਤਨ ਜਦੋਂ ਤੱਕ ਡਿੱਗੇ ਨਾ, ਜਦੋਂ ਤੱਕ ਤਨ ਗੁਰੂ ਦੇ ਅੱਗੇ ਡਿੱਗਦਾ ਨਹੀਂ, ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰਾਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਦੋਂ ਤਨ ਡਿੱਗਦਾ ਤੇ ਪਿਆਰ ਮਿਲਦਾ। ਜਦੋਂ ਅਸੀਂ ਕਿਸੇ ਬਜ਼ੁਰਗ ਦੇ ਗੋਡਿਆਂ ਨੂੰ ਜਾਂ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕਦੇ ਹਾਂ, ਸਾਡਾ ਤਨ ਡਿੱਗਦਾ, ਮਤਲਬ ਤਨ ਦੇ ਨਾਲ ਲੱਗੇ ਹੱਥ ਸਪਰਸ਼ ਕਰਦੇ ਨੇ ਚਰਨਾਂ ਨੂੰ। ਜਦੋਂ ਤਨ ਸਾਡਾ ਕਿਸੇ ਦੇ ਚਰਨਾਂ 'ਤੇ ਡਿੱਗਦਾ, ਮੈਂ ਚਰਨਾਂ 'ਤੇ ਡਿੱਗਣ ਦੀ ਗੱਲ ਕਿਸੇ ਦੁਨਿਆਵੀ ਭੇਖੀ ਦੀ ਗੱਲ ਨਹੀਂ ਕਰ ਰਿਹਾ। ਜੇ ਕੋਈ ਆਪਣਾ ਬਜ਼ੁਰਗ ਹੈ, ਵੱਡਾ ਹੈ, ਆਪਣੇ ਪੇਰੈਂਟਸ ਨੇ, ਉਹਨਾਂ ਦੇ ਚਰਨਾਂ 'ਤੇ ਸਾਡਾ ਤਨ ਡਿੱਗਣਾ ਚਾਹੀਦਾ। ਉਹ ਇੱਕ ਸਤਿਕਾਰ ਹੈ ਅਲੱਗ ਪ੍ਰਕਾਰ ਦਾ। ਗੁਰੂ ਦੇ ਅੱਗੇ ਤਨ ਡਿੱਗਣਾ ਇਹ ਨਿਰੰਕਾਰ ਅਤੇ ਸ੍ਰਿਸ਼ਟੀ ਦੇ ਮਾਲਕ ਦੇ ਰੂਪ ਦੇ ਵਿੱਚ ਸਤਿਕਾਰ ਹੈ। ਜੇ ਕਿਸੇ ਸ਼ਿਸ਼ ਨੇ ਆਪਣੇ ਗੁਰੂ ਤੋਂ ਕੋਈ ਵਿੱਦਿਆ ਲਈ ਹੈ, ਕਿਸੇ ਨੇ ਸੰਗੀਤ ਸਿੱਖਿਆ, ਉਹ ਭਾਵੇਂ ਸਿਰੋਂ ਮੋਨਾ ਕਿਉਂ ਨਾ ਹੋਵੇ, ਧਿਆਨ ਦੇਣਾ, ਜੇ ਕਿਸੇ ਦਾ ਗੁਰੂ ਸੰਗੀਤਕ ਸਿੱਖਿਆ ਦੇਣ ਵਾਲਾ ਕੋਈ ਮੁਸਲਮਾਨ ਕਿਉਂ ਨਾ ਹੋਵੇ, ਉਹਦੇ ਚਰਨ ਸਪਰਸ਼ ਕਰਨੇ ਵੀ ਸ਼ਿਸ਼ ਦਾ ਧਰਮ ਹੈ। ਉਸ ਨੂੰ ਇਹ ਨਾ ਕਹਿ ਦੇਣਾ ਵੀ ਇਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ। ਨਹੀਂ, ਆਪਣੇ ਉਸਤਾਦ ਦਾ ਸਤਿਕਾਰ ਕਰਨਾ, ਉਹਦੇ ਪੈਰੀਂ ਹੱਥ ਲਾਉਣਾ, ਇਹ ਜਿਹੜੀ ਚੀਜ਼ ਹੈ ਇਹ ਸਤਿਕਾਰ ਹੈ ਆਪਣੇ ਉਸਤਾਦ ਦਾ। ਜਿਸ ਟੀਚਰ ਅਧਿਆਪਕ ਕੋਲੋਂ ਅਸੀਂ ਪੜ੍ਹੇ ਹਾਂ ਜਾਂ ਪੜ੍ਹਦੇ ਹਾਂ, ਜਿੱਥੇ ਅਸੀਂ ਉਹਨਾਂ ਨੂੰ ਮਿਲਦੇ ਹਾਂ, ਉਹਨਾਂ ਦੇ ਪੈਰੀਂ ਹੱਥ ਲਾਉਣਾ, ਤਨ ਨੂੰ ਡਿੱਗਣਾ ਉਹਨਾਂ ਦੇ ਚਰਨਾਂ 'ਤੇ, ਇਹ ਉਹਨਾਂ ਦਾ ਅਸੀਂ ਟੀਚਰ ਕਰਕੇ, ਮਾਸਟਰ ਕਰਕੇ ਸਤਿਕਾਰ ਕਰਦੇ ਹਾਂ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਕਰਕੇ ਥੋੜ੍ਹਾ ਉਹਨਾਂ ਨੂੰ ਮੱਥੇ ਟੇਕਦੇ ਹਾਂ। ਨਹੀਂ ਤਾਂ ਆਮ ਕਰਕੇ ਸਾਡੇ ਪ੍ਰਚਾਰਕਾਂ ਵੱਲੋਂ ਇਹ ਗੱਲ ਕਲੀਅਰ ਨਹੀਂ ਕੀਤੀ ਜਾਂਦੀ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ, ਮੱਥਾ ਨਹੀਂ ਟੇਕਣਾ। ਅਤੇ ਹੁਣ ਕਈ ਕਨਫਿਊਜ਼ ਹੋ ਜਾਣਗੇ। ਇੱਦਾਂ ਦੇ ਫਿਰ ਪਰਿਵਾਰ ਦੇ ਵਿੱਚ ਬੱਚੇ ਬਜ਼ੁਰਗਾਂ ਨੂੰ ਮੱਥਾ ਹੀ ਨਹੀਂ ਟੇਕਣਗੇ। ਮੈਂ ਬੇਨਤੀ ਕੀਤੀ, ਬਜ਼ੁਰਗਾਂ ਨੂੰ ਅਸੀਂ ਆਪਣੇ ਮਾਪੇ ਬਜ਼ੁਰਗ ਸਮਝ ਕੇ ਮੱਥਾ ਟੇਕਣਾ, ਆਪਣੇ ਟੀਚਰ ਨੂੰ, ਆਪਣੇ ਉਸਤਾਦ ਨੂੰ ਗੁਰੂ ਟੀਚਰ ਸਮਝ ਕੇ ਮੱਥਾ ਟੇਕਣਾ, ਆਪਣੀ ਮਾਂ ਜਾਂ ਬਜ਼ੁਰਗ ਦਾਦੀ ਨੂੰ, ਦਾਦੇ ਨੂੰ, ਨਾਨੇ ਨੂੰ, ਨਾਨੀ ਨੂੰ ਆਪਣੇ ਬਜ਼ੁਰਗ ਸਮਝ ਕੇ ਮੱਥਾ ਟੇਕਣਾ। ਇਹ ਨਾ ਕੋਈ ਸਮਝੇ ਵੀ ਭਾਈ ਸਾਹਿਬ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਮੱਥਾ ਨਹੀਂ ਟੇਕਣਾ, ਹੁਣ ਆਕੜ ਕੇ ਤੁਰਿਆ ਫਿਰੇ। ਇਹ ਭੁਲੇਖੇ ਵਿੱਚ ਨਾ ਰਿਓ। ਸੋ ਜਿਹੜਾ ਵੀ ਸੁਣਦਾ ਮੇਰਾ ਪ੍ਰਚਾਰਕ ਵੀਰ, ਉਹ ਇਹ ਵੀ ਦੱਸ ਦਿਆ ਕਰੇ ਵੀ ਅਸੀਂ ਮੱਥਾ ਮਾਂ ਬਾਪ ਨੂੰ ਟੇਕਣਾ, ਨਹੀਂ ਤਾਂ ਨਿਆਣੇ ਵਿਚਾਰੇ ਉਹ ਭੁਲੇਖੇ ਵਿੱਚ ਰਹਿਣਗੇ, ਉਹਨਾਂ ਨੇ ਸੱਚੀ ਅੱਗੇ ਕਿਹੜਾ ਟੇਕਦੇ ਨੇ, ਅਤੇ ਉਹਨਾਂ ਨੇ ਟੇਕਣਾ ਹੀ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਿਰੰਕਾਰ ਕਰਕੇ, ਸ੍ਰਿਸ਼ਟੀ ਦਾ ਮਾਲਕ ਕਰਕੇ, ਗੁਰੂ ਜਾਣ ਕੇ ਮੱਥਾ ਟੇਕਦੇ ਹਾਂ। ਸੋ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਤਨ ਤੇਰਾ ਗੁਰੂ ਦੇ ਚਰਨਾਂ 'ਤੇ ਡਿੱਗੇਗਾ, ਪਹਿਲਾਂ ਤੇਰਾ ਤਨ ਤੰਦਰੁਸਤ ਹੋਏਗਾ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਪਹਿਲਾਂ ਤੇਰੇ ਤਨ ਦਾ ਦੁੱਖ ਮਿਟੇਗਾ, ਕਿਉਂਕਿ ਗੁਰੂ ਦੇ ਅੱਗੇ ਤਨ ਉਹੀ ਮੱਥਾ ਟੇਕ ਸਕਦਾ ਜਿਹਦਾ ਤਨ ਸਹੀ ਹੋਵੇ। ਇੱਥੇ ਉਹੀ ਬਹਿ ਸਕਦੇ ਨੇ, ਇੱਥੇ ਉਹੀ ਆ ਸਕਦੇ ਨੇ ਜਿਨ੍ਹਾਂ ਦੇ ਤਨ ਸਹੀ ਨੇ। ਜਿਨ੍ਹਾਂ ਦੇ ਤਨ ਸਹੀ ਨਹੀਂ, ਉਹ ਨਹੀਂ ਆ ਸਕਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਜੇ ਇੱਛਾ ਹੈ ਨਾ ਅੰਦਰ ਗੁਰੂ ਦੇ ਦਰਸ਼ਨਾਂ ਦੀ, ਉਹਨੇ ਤੇਰਾ ਤਨ ਵੀ ਸਹੀ ਕਰ ਦੇਣਾ। ਤੇਰੇ ਕੋਲ ਨਹੀਂ ਉੱਠਿਆ ਜਾਂਦਾ, ਤੇਰੀ ਇੱਛਾ ਸ਼ਕਤੀ, ਤੇਰੀ ਵਿਲ ਪਾਵਰ ਇੰਨੀ ਸਟਰੋਂਗ ਕਰ ਦੇਣੀ ਹੈ, ਤੈਨੂੰ ਅੰਦਰੋਂ ਹੀ ਖਿਆਲ ਹੋਣਾ, ਉੱਠ ਚੱਲ ਜਾ। ਇਹ ਮਾਲਕ ਨੇ ਪ੍ਰੇਰਨਾ ਦੇਣੀ ਹੈ। ਮਨ ਸਗਲ ਕੋ ਹੋਆ ਸੂਖ, ਅਤੇ ਜਦੋਂ ਤਨ ਗੁਰੂ ਦੇ ਅੱਗੇ ਡਿੱਗ ਪਿਆ ਅਤੇ ਮਨ ਵੀ ਪ੍ਰਸੰਨ ਹੋ ਗਿਆ, ਮਨ ਖੁਸ਼ ਹੋ ਗਿਆ। ਅਸੀਂ ਹੁਣ ਗੁਰੂ ਦੇ ਕੋਲ ਬੈਠੇ ਹਾਂ, ਕੁਝ ਗੁਰੂ ਦੀਆਂ ਬਾਤਾਂ ਸੁਣੀਆਂ ਨੇ, ਮਨ ਨੂੰ ਖੁਸ਼ੀ ਮਿਲੀ ਹੈ, ਕੁਛ ਨਾ ਕੁਛ ਲੈ ਕੇ ਚੱਲੇ ਹਾਂ। ਸੋ ਮਨ ਸਗਲ ਕੋ ਹੋਆ ਸੂਖ, ਕਰ ਕਿਰਪਾ ਗੁਰ ਦੀਨੋ ਨਾਉ। ਅਤੇ ਸੁੱਖ ਕਾਹਦੇ ਨਾਲ ਪ੍ਰਾਪਤ ਹੋਇਆ? ਕਿਉਂਕਿ ਮਹਾਰਾਜ ਜੀ ਨੇ ਆਪਣਾ ਨਾਮ ਦਿੱਤਾ। ਨਾਮ ਦੇ ਵਿੱਚ ਕੀ ਸੀ? ਧਿਆਨ ਦੇਣਾ, ਜਦੋਂ ਕਿਸੇ ਨੂੰ ਵੱਡਾ ਸਾਰਾ ਗਿਫਟ ਕੋਈ ਦੇ ਦਿੰਦਾ, ਉਹ ਬੜਾ ਹੀ ਖੁਸ਼ ਹੁੰਦਾ, ਮੈਨੂੰ ਗਿਫਟ ਦਿੰਦਾ। ਜਦੋਂ ਘਰ ਜਾ ਕੇ ਖੋਲ੍ਹਦਾ, ਮਨ ਹੋਰ ਖੁਸ਼ ਹੁੰਦਾ ਵੀ ਲੈ ਵੀ ਇੰਨੀ ਮਹਿੰਗੀ ਚੀਜ਼ ਦੇ ਦਿੱਤੀ। ਮੈਂ ਤਾਂ ਕਿਹਾ ਸੀ ਸ਼ਾਇਦ ਛੋਟੀ ਚੀਜ਼ ਹੋਏਗੀ ਇਹਦੇ ਵਿੱਚ, ਤੇ ਬਹੁਤ ਕੀਮਤੀ ਚੀਜ਼ ਦੇ ਦਿੱਤੀ। ਇਹ ਗੋਲਡ ਘੜੀ ਦੇ ਦਿੱਤੀ ਮੈਨੂੰ, ਇਹ ਤਾਂ ਬੜਾ ਵੱਡਾ ਮੈਨੂੰ ਗਿਫਟ ਦੇ ਦਿੱਤਾ। ਸੋ ਇੱਥੋਂ ਵੀ ਗੁਰੂ ਸਾਹਿਬ ਗੁਰਬਾਣੀ ਦੁਆਰਾ ਗਿਆਨ ਦਾ ਗਿਫਟ ਦਿੰਦੇ ਨੇ। ਜਦੋਂ ਅਸੀਂ ਪ੍ਰੈਕਟੀਕਲ ਜੀਵਨ ਦੇ ਵਿੱਚ ਜਾ ਕੇ ਉਸ ਗਿਫਟ ਨੂੰ ਖੋਲ੍ਹਦੇ ਹਾਂ,
ਤੇ ਸਾਨੂੰ ਗਿਆਨ ਜਦੋਂ ਮਿਲਦਾ ਤੇ ਫਿਰ ਉਹਦੀ ਕੀਮਤ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਗੁਰੂ ਪਾਤਸ਼ਾਹ, ਕਰ ਕਿਰਪਾ ਗੁਰਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਉ। ਮੈਂ ਸ਼ੁਕਰ ਕਰਦਾ ਆਪਣੇ ਮਾਲਕ ਦਾ, ਬਲਿਹਾਰੇ ਜਾਨਾ ਜਿਨੇ ਮੈਨੂੰ ਐਡਾ ਵੱਡਾ ਗਿਫਟ ਦਿੱਤਾ, ਮੈਨੂੰ ਸੋਝੀ ਦੇ ਦਿੱਤੀ, ਮੈਨੂੰ ਅਕਲ ਦੇ ਦਿੱਤੀ, ਮੈਨੂੰ ਸਮਤ ਦੇ ਦਿੱਤੀ, ਮੈਨੂੰ ਵਿਵੇਕ ਦੇ ਦਿੱਤਾ। ਇਸ ਕਰਕੇ ਆਪਣੇ ਗੁਰੂ ਤੋਂ ਕੁਰਬਾਨ ਜਾਨਾ। ਮੈਨੂੰ ਅਕਲ ਨਹੀਂ ਸੀ, ਮੈਂ ਮਤਹੀਨ ਸੀ, ਮੈਨੂੰ ਸਿਆਣਪ ਨਹੀਂ ਸੀ। ਇਹ ਸਾਰੀਆਂ ਮੈਨੂੰ ਕਿੱਥੋਂ ਮਿਲੀਆਂ, ਕਿਹਨੇ ਦਿੱਤੀਆਂ? ਗੁਰੂ ਸਾਹਿਬ ਨੇ। ਗੁਰ ਪੂਰਾ ਪਾਇਓ ਮੇਰੇ ਭਾਈ, ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ, ਰੋਗ ਸ਼ੋਗ ਸਭ ਦੁੱਖ ਵਿਨਾਸੇ, ਸਤਿਗੁਰ ਕੀ ਸ਼ਰਨਾਈ ਰਹਾਓ। ਧਿਆਨ ਦੇਣਾ, ਕਿਸੇ ਦੀ ਡਾਕਟਰ ਦੇ ਨਾਲ ਮਿੱਤਰਤਾ ਹੋ ਜਾਏ ਤੇ ਉਹ ਡਾਕਟਰ ਜਿਹੜਾ ਨਾ ਉਹਨੂੰ ਚੰਗੀ ਸਲਾਹ ਦਿੰਦਾ, ਉਹਨੂੰ ਰੋਗੀ ਨਹੀਂ ਰਹਿਣ ਦਿੰਦਾ। ਕਿਸੇ ਦੀ ਮਿੱਤਰਤਾ ਹੋ ਜਾਏ ਕਿਸੇ ਸੰਤ ਫਕੀਰ ਦੇ ਨਾਲ, ਉਹਨੂੰ ਨਾਸਤਕ ਨਹੀਂ ਰਹਿਣ ਦਿੰਦਾ, ਉਹਨੂੰ ਭਗਤ ਬਣਾ ਦੇਵੇਗਾ। ਧਿਆਨ ਦੇਣਾ, ਕਿਸੇ ਦੀ ਹੋ ਜਾਵੇ ਮਿੱਤਰਤਾ ਨਸ਼ਈ ਦੇ ਨਾਲ, ਉਹਨੂੰ ਸੌਂਫੀ ਨਹੀਂ ਰਹਿਣ ਦਿੰਦਾ, ਨਸ਼ਈ ਕਰਕੇ ਹੀ ਛੱਡੇਗਾ। ਤੇ ਜਿਹਦੀ ਮਿੱਤਰਤਾ ਹੋ ਜਾਏ ਗੁਰੂ ਦੇ ਨਾਲ, ਮਹਾਰਾਜ ਜੀ ਕਹਿੰਦੇ ਗੁਰੂ ਸਾਹਿਬ ਆਪਣੇ ਵਰਗਾ ਬਣਾ ਦਿੰਦੇ। ਰੋਗ ਸ਼ੋਗ ਸਭ ਦੁੱਖ ਵਿਨਾਸੇ, ਸਤਿਗੁਰ ਕੀ ਸ਼ਰਨਾਈ। ਗੁਰੂ ਆਪ ਬਿਲਕੁਲ ਨਿਰਮਲ ਹੈ, ਜਿਵੇਂ ਦਾ ਗੁਰੂ ਹੈ ਗੁਰੂ ਸਾਹਿਬ ਉੱਦਾਂ ਦਾ ਹੀ ਬਣਾ ਦਿੰਦੇ ਨੇ। ਜਿਵੇਂ ਅਸੀਂ ਕਹੀਦਾ ਨਾ, ਇਹ ਬੱਚਾ ਆਪਣੀ ਮਾਂ ਵਰਗਾ ਬਿਲਕੁਲ ਹੂ ਬਹੂ, ਇਹ ਬੱਚਾ ਆਪਣੇ ਬਾਪ ਵਰਗਾ ਉੱਦਾਂ ਹੀ ਤੁਰਦਾ, ਉੱਦਾਂ ਦੀਆਂ ਆਦਤਾਂ, ਉੱਦਾਂ ਦਾ ਇਹਦੀ ਆਵਾਜ਼ ਹੈ, ਹੂ ਬਹੂ ਕਹਿੰਦੇ ਆ ਨਾ। ਉਹ ਕਿਉਂ? ਕਿਉਂਕਿ ਉਹ ਉਹਨਾਂ ਦਾ ਬੱਚਾ ਹੈ, ਉਹਨਾਂ ਕੋਲੋਂ ਸੰਸਕਾਰ ਮਿਲੇ ਨੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਤੇ ਸਾਡਾ ਮਾਤ ਪਿਤਾ ਹਮ ਬਾਰਕ ਤੇਰੇ। ਜਦੋਂ ਅਸੀਂ ਉਹਦੀ ਅੰਸ਼ ਹਾਂ ਤੇ ਸਾਡਾ ਸੁਭਾਅ ਵੀ ਉਹਦੇ ਵਰਗਾ ਹੋਣਾ ਚਾਹੀਦਾ। ਪਰ ਉਹਦੇ ਕੋਲ ਆਉਣ ਦੇ ਨਾਲ ਸੁਭਾਅ ਬਣਦਾ, ਉਹਦੀ ਗੋਦ ਵਿੱਚ ਬੈਠਣ ਦੇ ਨਾਲ ਸੁਭਾਅ ਬਣਦਾ। ਜਿਵੇਂ ਮਾਂ ਦਾ ਦੁੱਧ ਬੱਚਾ ਪੀਂਦਾ ਤੇ ਉਹਨੂੰ ਗਰੋਥ ਮਿਲਦੀ ਹੈ ਨਾ, ਇੱਦਾਂ ਹੀ ਜਦੋਂ ਗੁਰੂ ਦੀ ਗੋਦ ਵਿੱਚ ਬਹਿ ਕੇ ਅੰਮ੍ਰਿਤ ਨਾਮ ਸਿੱਖ ਪੀਂਦਾ, ਉਹਦੀ ਵੀ ਜਿਹੜੀ ਆਤਮਿਕ ਗਰੋਥ ਹੁੰਦੀ ਹੈ, ਆਤਮਿਕ ਗਰੋਥ। ਸਰੀਰਕ ਗਰੋਥ ਨੂੰ ਤੇ ਅਸੀਂ ਡਿਵੈਲਪ ਕਰ ਸਕਦੇ ਨਾ ਖੁਰਾਕਾਂ ਨਾਲ, ਠੀਕ ਹੈ ਜੀ, ਸਿਰਪ ਪੀ ਕੇ, ਵਿਟਾਮਿਨਸ ਕੈਲਸ਼ੀਅਮ ਲੈ ਕੇ ਸਰੀਰਕ ਗਰੋਥ ਨੂੰ ਅਸੀਂ ਵਧਾ ਦਿੰਦੇ ਹਾਂ ਬੱਚੇ ਨੂੰ, ਆਪਣੇ ਆਪ ਨੂੰ। ਪਰ ਜਿਹੜੀ ਅੰਦਰ ਆਤਮਾ ਦਾ ਗਿਆਨ ਜਾਂ ਆਤਮਿਕ ਬਲ ਹੈ, ਇਹਦੀ ਗਰੋਥ ਕਿਵੇਂ ਹੋਵੇ? ਇਹਦੀ ਗਰੋਥ ਕਰਨੀ ਹੈ ਗੁਰੂ ਨੇ। ਸੋ ਗੁਰੂ ਸਾਹਿਬ ਜੀ ਬਹੁਤ ਸੋਹਣਾ ਗਿਆਨ ਦੇ ਰਹੇ ਨੇ। ਗੁਰ ਕੇ ਚਰਨ ਹਿਰਦੇ ਵਸਾਏ, ਗੁਰ ਦੇ ਚਰਨੇ ਬਾਣੀ ਕਥਾ ਕੀਰਤਨ ਕਵਿਤਾਵਾਂ। ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਜਿਹੜੀ ਵੀ ਚੀਜ਼ ਦੀ ਤੈਨੂੰ ਇੱਛਾ ਹੈ ਨਾ, ਉਹ ਚੀਜ਼ ਤੇਰੇ ਕੋਲ ਚੱਲ ਕੇ ਆਵੇਗੀ। ਜਿਸ ਚੀਜ਼ ਦੀ ਤੈਨੂੰ ਇੱਛਾ, ਮਹਾਰਾਜ ਜੀ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਤੈਨੂੰ ਉਹ ਚੀਜ਼ ਆਪ ਕੋਲ ਆ ਕੇ ਦਸਤਕ ਦੇਵੇਗੀ, ਮੈਂ ਤੇਰੇ ਕੋਲ ਆ ਗਈ ਹਾਂ, ਤੂੰ ਮੈਨੂੰ ਇਸਤੇਮਾਲ ਕਰ ਲੈ। ਬਾਣੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਵੀ ਜੇ ਤੇਰੇ ਅੰਦਰ ਕਿਧਰੇ ਖਿੱਚ ਪੈਦਾ ਹੋਵੇ ਤੇ ਗੁਰੂ ਤੇਰੇ ਕੋਲ ਆਪ ਚੱਲ ਕੇ ਆ ਜਾਏਗਾ ਵੀ ਸਿੱਖਾ ਕੀ ਚਾਹੀਦਾ। ਬੜੀ ਵਾਰ ਅਸੀਂ ਸੁਣਿਆ ਭਾਈ ਲਾਲੋ ਦੇ ਬਾਰੇ, ਗੁਰੂ ਨਾਨਕ ਪਾਤਸ਼ਾਹ ਜੀ ਭਾਈ ਲਾਲੋ ਦੇ ਪ੍ਰੇਮ ਨੂੰ ਦੇਖ ਕੇ ਉਹਦੇ ਘਰ ਆਪ ਗਏ ਨੇ, ਆਪ ਦਰਸ਼ਨ ਦੀਦਾਰ ਦੇ ਕੇ, ਤੇ ਲਗਭਗ 1 ਮਹੀਨੇ ਤੋਂ ਜ਼ਿਆਦਾ ਉਹਨਾਂ ਦੇ ਘਰ ਰਹੇ। ਇਹ ਕਿਉਂ ਗਏ ਨੇ? ਕਿਉਂਕਿ ਉਹਨਾਂ ਦੇ ਅੰਦਰ ਉਤਸੁਕਤਾ ਸੀ, ਉਹਨਾਂ ਦੇ ਅੰਦਰ ਉਹ ਖਿੱਚ ਸੀ, ਉਹਨਾਂ ਦੇ ਅੰਦਰ ਪਿਆਸ ਸੀ। ਤੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ। ਜਿਨ੍ਹਾਂ ਦੇ ਅੰਦਰ ਖਿੱਚ ਹੈ, ਗੁਰੂ ਆਪ ਚਲਿਆ ਜਾਂਦਾ ਹੈ। ਕਿਉਂਕਿ ਗੁਰੂ ਸਰੀਰ ਨਹੀਂ ਹੈ, ਗੁਰੂ ਸਰੀਰ ਨਹੀਂ ਹੈ, ਗੁਰੂ ਸਾਡੇ ਅੰਗ ਸੰਗ ਹੈ। ਤੇ ਜੇ ਸਾਡੇ ਅੰਦਰ ਭਾਵਨਾ ਤੇ ਸਾਡੇ ਨਾਲ ਸਾਡੇ ਵਿਹੜੇ ਵਿੱਚ ਆ ਜਾਏਗਾ, ਜੇ ਸਾਡੇ ਅੰਦਰ ਭਾਵਨਾ ਨਹੀਂ ਤੇ ਸਾਡੇ ਘਰ ਦੇ ਦਰ ਤੋਂ ਵਾਪਸ ਮੁੜ ਜਾਏਗਾ। ਧਿਆਨ ਦੇਣਾ, ਜੇ ਅਸੀਂ ਮਨ ਦਾ ਦਰਵਾਜ਼ਾ ਖੋਲ੍ਹਿਆ ਨਾ ਤੇ ਗੁਰੂ ਵਾਪਸ ਚਲਾ ਜਾਏਗਾ। ਉਹ ਸਾਡੇ ਦਰ 'ਤੇ ਆ ਕੇ ਦਰਵਾਜ਼ਾ ਜ਼ਰੂਰ ਖੜਕਾਉਂਦਾ ਵੀ ਮੈਂ ਆ ਗਿਆ ਹਾਂ, ਤੂੰ ਉੱਠ ਪੈ, ਮੈਂ ਆ ਗਿਆ ਹਾਂ, ਤੂੰ ਜਾਗ ਪੈ, ਤੂੰ ਕੀ ਕਰਦਾ ਪਿਆ? ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਦ। ਉਹ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਉਹ ਮਤਲਬ ਗਿਆਨ ਦੇ ਰੂਪ ਦੇ ਵਿੱਚ, ਭਾਵੇਂ ਸੁਪਨੇ ਦੇ ਰੂਪ ਦੇ ਵਿੱਚ ਆ ਕੇ ਤੈਨੂੰ ਉਠਾਵੇ, ਬਿਠਾਵੇ, ਜਗਾਵੇ, ਉਹ ਆ ਜਾਂਦਾ। ਇਸ ਤਰ੍ਹਾਂ ਆਉਂਦਾ। ਹੋਰ ਇਹ ਨਾ ਕੋਈ ਕਹੇ ਵੀ ਬਾਹਰਲਾ ਬੂਹਾ
खुला रख दईए तो रात में चोर ही लुट के लै जान भी गुरु ने आना। ना ना, जिवें लोकी दिवाली नूं दरवाजे खोल के रखते हैं ना, लक्ष्मी ने आना। ये सारिया जिहड़ियां चीज़ां ने मनमत ने। गुरु उस द्वारे राही आउंदा है जिसनूं कहंदे ने दसवां गुप्त रखाया गुरु द्वारे लाए भावनी एक ना दसवां द्वार दिखाया। ये जिहड़ा गुरमत है एक विषय है, कथा एक विषय है, कथा एक विद्या है। जदों असीं इसनूं खोजदे हैं पढ़दे हैं सानूं बहुत वड्डा मैनूं तुहानूं सारिआं नूं ज्ञान मिलदा है। ये ना कोई समझ ले भी मेरे कोल ज्ञान है मैं तुहानूं दे रहा। नो नो, ये ज्ञान जिहड़ा अपने आप आ रहा है। झरने दे विचों पानी डिगदा है ना, झरना ना कि पानी मेरा, वो पिछों किधरों आ रहा है, वो झरने दे विचों डिग रहा तो असीं कहने क्या बात है, क्या झरना है, वो आ रहा पिछों। गुरु नानक महाराज जी कहते मैनू ना कहो भी मेरी बाणी है, ना ना, ये धुर की बाणी आई तिन सगली चिंत मिटाई। सच सुनाई सी सच की वेला, मेरी नहीं बाणी इलाही बाणी है, ये धुर की बाणी है। जो तुसीं सुन रहे हो मत समझना भी ये भाई साहब की कोई कथा है, भाई साहब की कथा, ना ना ना। ये गुरु साहब की बाणी दे विचों जो अमृत रस मिल रहा सानू सारिਆਂ ਨੂੰ, वो महाराज जी तो असी प्राप्त कर रहे हैं दर्शन दीदार करके। शब्द है निथावे को गुर दीनो थान, निमाणे को गुर कीनो मान। जिन्हों कोई थान नहीं उन्हों थान दे दिंदा है। हुण कोई ये ना समझे फलाना तो बहुत वड्डा भगत सी ते ओहदे कोल ते रहण लई जगह ही नहीं सी, उन्हें ते बाहर कुल्ली पाई सी। तुसीं कहंदे हो निथावे को प्रभ, निथावे को गुरदीनो थान। असी समझ लेने खरे कोई 10-20 मरले जां किले 4-10 किलियां नूं कहंदे ने भी थां मिल जाती है। वो नहीं, जिहड़ा बंदा कहंदा मैनूं दरगाह दे विच थां मिल जाए उत्थे इंचां नाल मिलदी है। ਉਹਦੀ एक सूखम प्रक्रिया है, ਉਹਦੀ एक सूखम चीज़ है। इस करके थां का मतलब लैंड नहीं है, धरती नहीं है। जिवें असी कहदा ਉਹਨੂੰ गुरु के चरणों में थां मिल जाए, गुरु घर में थां मिल जाए, मतलब गुरु सानू प्रवान कर लवे, इनू थां कहंदे ने। ते जिन्हों थां नहीं किते मिलती, मतलब जिन्हों किधरों सुख नहीं मिलता, जिन्हों किधरों खुशी नहीं मिलती, वो गुरु दे कोल आ जावे। निमाणे को गुर कीनो मान, उन्होंने जिन्हों मान भी नहीं किधरों मिलता, जिन्हों कोई सत्कार नहीं दिंदा पिया, जिसनों कोई इज्जत नहीं दिंदा पिया। लोग सत्कार घट करते हैं, तिरस्कार वध करते हैं। ध्यान देना, इज्जत करने वाले बहुत घट ने, विरले ने, तो इंसल्ट करने वाले तुहानूं गली गली नुक्कर नुक्कर ते मिलणगे। इस करके गुरु साहब जी कहते जे तैनूं संसार दे विचों मान नहीं ना मिलिया तो तू आ जा नवां खंडां विच जानी है। तू तो कहना मैनूं पिंड विच कोई मैनूं शाबाश दे दे थापे मेरी पिठ, तो महाराज जी कहते तू मेरे नाल बना के ते देख। नानक निर्गुण गुण करे गुणवंतियां गुण दे। महाराज जी कहते तेनों नवां खंडां दे विच तेरी वाक भी करा देंगा, नवां खंडां विच जानी है, नाल चले सब कोए, तैनूं मैं इन्ना मान दे देंगा। जदों हथ रखिया सी ना गुरु अंगद देव जी ने गुरु अमरदास महाराज जी के सिर ते, कहते ये मेरे पुत नूं क्या उस जुलाही ने निथावां, इनू अमरू निथावां गया। इस गुरु की सेवा दे विच डिग पिया, गागर लैके इनू निथावां गया। बाबा बुढ़ा साहब जी इशनान करवाओ, बाबा बुढ़ा साहब जी सेवा करो, बाबे अमरदास जी की सोहने बातर पवा के इनू लियाओ। जो तुसी करदे हो ना, जो पिछों करदे आ रहे हो, थाली विच सब कुछ समान लैके आओ, समगरी। अज इन्हां नूं तखत ते बिठा के दुनिया नूं दसना है जिहड़ा नाम दा रसिया है कौन है। इनू तुसी एवें ही समझिया, इनू तुसी ਉਹਨੂੰ ਕਹਿੰਦੇ ਸੀ गुरु पातशाह ਨੂੰ ਕਹਿੰਦੇ ਵੀ ਕੁੜਮਾਂ ਦੇ ਘਰ ਟੁੱਕ ਖਾਂਦਾ ਹੈ। ਟੁੱਕ ਮਾਲਵੇ ਦੀ ਬੋਲੀ ਹੈ, ਉੱਥੇ ਮਤਲਬ ਰੋਟੀ ਬੁਰਕੀ। ਕਹਿੰਦੇ ਸਾਡੇ ਸਿੱਖ ਨੂੰ ਇਦਾਂ ਕਿਹਾ। ਗੁਰੂ ਸਾਹਿਬ ਨੇ ਕੀ ਕੀਤਾ ਸੀ, ਸਿਰ ਤੇ ਹੱਥ ਰੱਖ ਕੇ ਕਹਿੰਦੇ ਇਹ ਨਿਮਾਣਿਆਂ ਦਾ ਮਾਣ, ਇਹ ਨਿਤਾਵਿਆਂ ਦਾ ਥਾਮ, ਇਹ ਨਿਤਾਣਿਆਂ ਦਾ ਤਾਣ, ਇਹ ਪੱਤਿਆਂ ਦੀ ਪੱਤ, ਇਹ ਗੱਤਿਆਂ ਦੀ ਗੱਤ, ਇਹ ਘਰਿਆਂ ਦੀ ਘਰ। ਪਤਾ ਨਹੀਂ ਕਿੰਨੇ ਕੁ ਵਾਰ ਦਈ ਗਏ ਦਈ ਗਏ ਦਈ ਗਏ। ਕਹਿੰਦੇ ਤੈਨੂੰ ਦੁਨੀਆ ਇੰਜ ਕਹਿੰਦੀ ਹੈ, तेनू ऐसा मान देगा गुरु नानक, ये दुनिया तेरे चरणों ते मथे टेकेगी। ये दुनिया कोई गल नहीं, अज जे तेनू किसी ने माड़ा किया कोई गल नहीं। ध्यान देना, जदों कोई किसी नू माड़ा कहे उसकी परख होंदी है, तो ये पेपर हुंदा है, पेपर, तो पेपर दे विचों गुरु साहब पास कर देंदे ने। इस करके वो डोले ना,
ਇਹ ਨਾ ਕਹੇ ਵੀ ਯਾਰ ਹੁਣ ਕੰਮ ਕਰੀਦੇ ਨੇ ਚੰਗੇ ਤੇ ਦੁਨੀਆ ਤੇ ਬੜੀ ਖਰਾਬ ਹੈ, ਛੱਡ ਦੇਵਾਂ ਗੁਰੂ ਨਾਨਕ ਦਾ ਘਰ। ਨਾ ਭਾਈ, ਕਿਉਂ? ਜੇ ਨਿੰਦਕ ਨਿੰਦਾ ਨਹੀਂ ਛੱਡਦਾ ਤੇ ਸੱਚਾ ਬੰਦਾ ਸੱਚਾਈ ਕਿਉਂ ਛੱਡੇ ਹੋਈ? ਧਿਆਨ ਦੇਣਾ, ਜੇ ਨਿੰਦਕ ਬੰਦਾ ਨਿੰਦਿਆ ਨਹੀਂ ਛੱਡਦਾ ਤੇ ਗੁਰੂ ਘਰ ਆਉਣ ਵਾਲਾ ਗੁਰੂ ਘਰ ਕਿਉਂ ਛੱਡੇ? ਗੁਰੂ ਦੀ ਸਿਫਤ ਕਰਨ ਵਾਲਾ ਸਿਫਤ ਕਿਉਂ ਛੱਡੇ? ਸੱਚ ਬੋਲਣ ਵਾਲਾ ਸੱਚ ਕਿਉਂ ਛੱਡੇ? ਜੇ ਝੂਠ ਬੋਲਣ ਵਾਲਾ ਝੂਠ ਹੀ ਨਹੀਂ ਛੱਡਦਾ ਤੇ ਸੱਚ ਵਾਲਾ ਸੱਚ ਛੱਡ ਦੇ, ਫਿਰ ਤੇ ਜਿੱਤ ਤੇ ਹੋ ਗਿਆ ਝੂਠ ਵਾਲਾ। ਗੁਰੂ ਸਾਹਿਬ ਜੀ ਕਹਿੰਦੇ ਤੂੰ ਚੱਲਿਆ ਰਹੋ, ਇਹਨੂੰ ਤੇ ਕਹਿੰਦੇ ਨੇ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸੋ ਇਸ ਕਰਕੇ ਨਿਮਾਣੇ ਕੋ ਗੁਰ ਦੀਨੋ ਮਾਣ, ਜਿਵੇਂ ਗੁਰੂ ਸਾਹਿਬ ਨੇ ਭਗਤਾਂ ਨੂੰ ਦਿੱਤਾ, ਭਾਈ ਲਹਿਣੇ ਨੂੰ ਦਿੱਤਾ, ਬਾਬਾ ਅਮਰਦਾਸ ਜੀ ਨੂੰ ਦਿੱਤਾ, ਭਾਈ ਜੇਠੇ ਨੂੰ ਦਿੱਤਾ, ਤੈਨੂੰ ਵੀ ਕਿਉਂ ਨਾ ਦੇਊਗਾ। ਬੰਧਨ ਕਾਟ ਸੇਵਕ ਕਰ ਰਾਖੇ, ਤੈਨੂੰ ਗੁਰੂ ਬੰਧਨ ਕੱਟ ਕੇ ਆਪਣਾ ਸੇਵਕ ਬਣਾ ਕੇ ਚਰਨਾਂ ਵਿੱਚ ਰੱਖ ਲਵੇਗਾ। ਅੰਮ੍ਰਿਤ ਬਾਣੀ ਰਸਨਾ ਚੱਕ ਕੇ ਤੂੰ ਹੁਣ ਆਤਮਕ ਜੀਵਨ ਦੇਣ ਵਾਲੀ ਬਾਣੀ ਨੂੰ ਜੀਵ ਨਾਲ ਗਾਇਆ ਕਰ। ਵੱਡੇ ਭਾਗ ਪੂਜ ਗੁਰ ਚਰਨਾਂ, ਤੇਰੀ ਚੰਗੀ ਕਿਸਮਤ ਹੈ, ਤੇਰੇ ਚੰਗੇ ਭਾਗ ਨੇ, ਗੁਰੂ ਦੀ ਸਿਫਤ ਸਲਾਹ ਤੈਨੂੰ ਮਿਲਦੀ ਹੈ, ਚਰਨ ਮਿਲਦੇ ਨੇ, ਸਗਲ ਤਿਆਗ ਪਾਈ ਪ੍ਰਭ ਸਰਨਾ। ਔਰ ਹੁਣ ਸਾਰੇ ਆਸਰੇ ਛੱਡ ਕੇ ਆਪਣੀ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਗੁਰ ਨਾਨਕ ਜਾਕੋ ਭਇਆ ਦਿਆਲਾ, ਗੁਰੂ ਨਾਨਕ ਤੇਰੇ ਤੇ ਦਇਆ ਕਰਨ ਦੇ ਲਈ ਬਿਲਕੁਲ ਤਿਆਰ ਬੈਠੇ ਨੇ। ਤੇਰਾ ਬਾਬਾ ਨਾਨਕ ਤੇਰੇ ਤੇ ਦਿਆਲੂ ਹੋਣ ਦੇ ਲਈ ਬਿਲਕੁਲ ਬੈਠਾ ਹੋਇਆ। ਜਦੋਂ ਅਸੀਂ ਕਿਸੇ ਆਪਣੇ ਖਾਸ ਰਿਸ਼ਤੇਦਾਰ ਨੂੰ, ਪ੍ਰੇਮ ਕਰਨ ਵਾਲੇ ਨੂੰ ਫੋਨ ਕਰੀਦਾ, ਮੈਂ ਤੁਹਾਡੇ ਘਰ ਆ ਰਿਹਾ ਹਾਂ, ਉਹ ਕੀ ਕਰਦਾ ਹੈ? ਉਹ ਉਹਨਾਂ ਦੇ ਚਾਹ ਪਾਣੀ ਦਾ ਪ੍ਰਬੰਧ ਕਰ ਲੈਂਦਾ, ਸਬਜ਼ੀਆਂ ਸੋਹਣੀਆਂ ਲੈ ਆਉਂਦਾ, ਡਰਾਇੰਗ ਰੂਮ ਨੂੰ ਸੋਹਣਾ ਕਰ ਦਿੰਦਾ, ਸਾਫ਼ ਕਰ ਦਿੰਦਾ, ਨਵੀਆਂ ਚਾਦਰਾਂ ਬੈੱਡ 'ਤੇ ਵਿਛਾ ਦਿੰਦਾ। ਧਿਆਨ ਦੇਣਾ, ਇੱਦਾਂ ਹੀ ਹੁੰਦਾ ਨਾ। ਜੇ ਕਿਤੇ ਕੋਈ ਮੈਲੀ ਚੀਜ਼ ਪਈ ਹੋਵੇ ਉਹਨੂੰ ਚੱਕ ਕੇ ਪਰੇ ਸੁੱਟ ਦਿੰਦਾ। ਕਿਉਂ? ਸਾਡੇ ਘਰ ਕਿਸੇ ਗੈਸਟ ਨੇ, ਪ੍ਰਾਹੁਣੇ ਨੇ, ਪ੍ਰਾਹੁਣਾ ਰੱਬ ਦਾ ਰੂਪ ਕਿਹਾ ਜਾਂਦਾ ਸਾਡੀ ਪਰੰਪਰਾ ਦੇ ਵਿੱਚ, ਰਵਾਇਤ ਅਨੁਸਾਰ, ਤੇ ਉਸਨੇ ਆਉਣਾ, ਇਸ ਕਰਕੇ ਉਹਦਾ ਸਵਾਗਤ ਕਰਨਾ ਹੈ। ਤੇ ਜਦੋਂ ਕੋਈ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਗੁਰੂ ਨਾਨਕ ਨੂੰ ਸੱਦਾ ਮਿਲ ਜਾਂਦਾ, ਇਹ ਮੇਰਾ ਪੁੱਤ ਮੇਰੇ ਕੋਲ ਆ ਰਿਹਾ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਦਾ ਹੈ। ਗੁਰੂ ਨਾਨਕ ਮਹਾਰਾਜ ਜੀ ਜਾਣਦੇ ਨੇ ਵੀ ਇਹ ਉੱਠ ਪਿਆ, ਮੇਰੇ ਵੱਲ ਆਉਣ ਦੀ ਤਿਆਰੀ ਕਰਦਾ ਪਿਆ। ਜਿਵੇਂ ਅਸੀਂ ਆਪਣੇ ਰਿਸ਼ਤੇਦਾਰ ਦੇ ਕੋਲ ਜਾਣ ਦੇ ਲਈ ਤਿਆਰੀ ਕਰਦੇ ਹਾਂ, ਸੋਹਣੇ ਕੱਪੜੇ ਪਾਉਂਦੇ ਹਾਂ, ਟਾਈ ਲਾਉਂਦੇ ਹਾਂ, ਪਰਫਿਊਮ ਲਾਉਂਦੇ ਹਾਂ, ਗੱਡੀ 'ਤੇ ਕੱਪੜਾ ਮਾਰਦੇ ਹਾਂ, ਸੋਹਣੀਆਂ ਸੀਟਾਂ ਨੂੰ ਕਰਕੇ ਸਾਫ਼ ਕਰਕੇ ਤੇ ਬਹਿ ਕੇ ਤੇ ਫਿਰ ਬੜੇ ਚਾਅ ਦੇ ਨਾਲ ਫਰੂਟ ਲੈ ਕੇ, ਮਠਿਆਈ ਲੈ ਕੇ ਸਾਹਮਣੇ ਵਾਲੇ ਦੇ ਘਰ ਜਾਂਦੇ ਹਾਂ। ਉਹ ਵੀ ਅੱਗਿਓਂ ਪੂਰੇ ਸਤਿਕਾਰ ਦੇ ਨਾਲ ਖਲੋਤਾ ਹੁੰਦਾ, ਤਿਆਰ ਹੋ ਕੇ, ਸੋਹਣੇ ਕੱਪੜੇ ਪਾ ਕੇ। ਜਦੋਂ ਅਸੀਂ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ, ਅਸੀਂ ਵੀ ਆਪਣੇ ਸਰੀਰ ਨੂੰ ਨਿਰਮਲ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਨਿਤਨੇਮ ਕਰਦੇ ਹਾਂ। ਤੇ ਗੁਰੂ ਸਾਨੂੰ ਕਹਿੰਦਾ ਮੇਰਾ ਪੁੱਤ ਆ ਰਿਹਾ ਮੇਰੇ ਘਰ। ਤੇ ਗੁਰੂ ਅੱਗਿਓਂ ਬਹੁਤ ਸਤਿਕਾਰ ਦੇ ਨਾਲ ਬਾਣੀ ਦੀ ਪੰਕਤੀ ਤੁਹਾਨੂੰ ਸੁਣਾਉਣ ਲੱਗਾ। ਕੀ ਕਹਿੰਦੇ ਨੇ ਗੁਰੂ ਸਾਹਿਬ ਜੀ? ਕਹਿੰਦੇ ਨੇ, ਆਓ ਜੀ ਤੂੰ ਆਓ ਹਮਾਰੇ, ਆਓ ਜੀ, ਜੀ ਕਰਕੇ ਕਹਿੰਦੇ ਨੇ ਗੁਰੂ ਸਾਹਿਬ, ਜੀ ਕਰਕੇ ਕਹਿੰਦੇ ਨੇ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ। ਹੁਣ ਬੈਠੋ, ਰੱਬ ਦੇ ਨਾਮ ਦਾ ਭੋਜਨ ਛਕਾਂਗੇ ਅਸੀਂ ਬੈਠ ਕੇ। ਗੁਰੂ ਨਾਨਕ ਜਾਗੋ ਭਇਆ ਦਿਆਲਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦਿਆਲੂ ਨੇ, ਉਹ ਬਿਲਕੁਲ ਮਿਹਰ ਕਰਨ ਦੇ ਲਈ ਤਤਪਰ ਰਹਿੰਦੇ ਨੇ। ਪਰ ਸਿੱਖ ਮਿਹਰ ਲੈਣ ਦੇ ਲਈ ਆਉਂਦਾ ਹੀ ਨਹੀਂ, ਸਿੱਖ ਅੱਗੇ ਲੰਘ ਜਾਂਦਾ, ਦੂਰੋਂ ਹੀ ਇੱਦਾਂ, ਦੂਰੋਂ ਹੀ ਸਤਿ ਸ੍ਰੀ ਅਕਾਲ। ਧਿਆਨ ਦੇਣਾ, ਦੂਰੋਂ ਸਤਿ ਸ੍ਰੀ ਅਕਾਲ। ਸਾਡਾ ਹੋਵੇ ਪੁੱਤ ਆਪਣਾ ਜੰਮਿਆ ਅਤੇ ਉਹ ਕਿਰਾਏ 'ਤੇ ਕਿਧਰੇ ਰਹਿੰਦਾ ਹੋਵੇ, ਸੌਖੀ ਉਦਾਹਰਨ ਦੇਣਾ, ਸਮਝ ਲੱਗ ਜਾਏਗੀ। ਅਤੇ ਆਪਣੇ ਜੱਦੀ ਘਰ ਦੇ ਗੇਟ ਦੇ ਮੂਹਰਿਓਂ ਆਪਣੇ ਬਾਪੂ ਨੂੰ ਦੂਰੋਂ ਕਵੇ ਸਤਿ ਸ੍ਰੀ ਅਕਾਲ ਪਾਪਾ, ਇੱਦਾਂ ਲੰਘ ਜਾਏ ਤੇ ਬਾਪੂ ਦਾ ਦਿਲ ਟੁੱਟ ਜਾਏਗਾ, ਮਾਂ ਦਾ ਦਿਲ ਵਲੂੰਦਰਿਆ ਜਾਏਗਾ, ਮੈਂ ਇਹਨੂੰ ਜੰਮਿਆ, ਇਹ ਕੀ ਦੂਰੋਂ ਹੀ ਸਤਿ ਸ੍ਰੀ ਅਕਾਲ ਕਰਦਾ ਹੈ? ਇਹ ਅੰਦਰ ਨਹੀਂ ਵੜ ਸਕਦਾ ਸੀ, ਇਹ ਅੰਦਰ ਆ ਕੇ ਸਾਡੀ ਦੁੱਖ ਸੁੱਖ ਨਹੀਂ ਮਤਲਬ ਪੁੱਛ ਸਕਦਾ ਸੀ, ਇਹ ਸਾਨੂੰ ਮੱਥਾ ਨਹੀਂ ਅੰਦਰ ਆ ਕੇ ਟੇਕ ਸਕਦਾ ਸੀ, ਇਹ ਸਾਡੇ ਲਈ ਕੁਝ ਲਿਆ ਨਹੀਂ ਸੀ ਸਕਦਾ ਹੈ, ਇਹ ਬਾਹਰੋਂ ਬਾਹਰ ਹੀ ਚਲਾ ਗਿਆ। ਬਸ ਗੁਰੂ ਵੀ ਇੰਝ ਹੀ ਕਹਿੰਦਾ, ਤੂੰ ਆ ਕੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਇਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਨੱਕ ਮਸਤਕ ਰਗੜੀਦਾ, ਨੱਤ ਮਸਤਕ ਹੋਈਦਾ, ਤੇ ਗੁਰੂ ਲੇਖ ਪੁੱਠੇ ਸਿੱਧੇ ਕਰ ਦਿੰਦਾ। ਸਮਾਂ ਹੋ ਗਿਆ, ਨਹੀਂ ਤੇ ਲੇਖ ਪੁੱਠੇ ਸਿੱਧਾ ਕਿਵੇਂ ਕਰਦਾ? ਬਹੁਤ ਪਿਆਰੀਆਂ ਸਾਖੀਆਂ ਹਨ। ਸੋ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਜਾਕੋ ਭਇਆ ਦਿਆਲਾ, ਇਹ ਪੰਜਵੇਂ ਪਾਤਸ਼ਾਹ ਜੀ ਦੀ ਪੰਕਤੀ ਹੈ।
ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਦਿਆਲੂ ਕੀ ਕਰਦੇ ਨੇ, ਸੋ ਜਨ ਹੋਆ ਸਦਾ ਨਿਹਾਲਾ, ਮਿਹਰ ਕਰਕੇ ਇੰਨੀ ਦਇਆ ਕਰਦੇ ਨੇ, ਉਹ ਸਾਨੂੰ ਆਤਮਕ ਆਨੰਦ ਦਇਆ ਦੇ ਘਰ ਵਿੱਚ ਆ ਕੇ ਦੇ ਦਿੰਦੇ ਨੇ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਸਾਹਿਬ ਨੇ ਬੜੀ ਕਿਰਪਾ ਕਰਕੇ ਸੇਵਾ ਲਈ ਹੈ। ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਗੁਰੂ ਸਾਹਿਬ ਜਿਨ੍ਹਾਂ ਨੇ ਵੀ ਇਹ ਅੰਮ੍ਰਿਤ ਰਸ ਚਖਿਆ ਉਹਨਾਂ ਦਾ ਸਭ ਦਾ ਭਲਾ ਕਰਨਾ। ਜਿਸ ਨੇ ਦਵਾਈ ਖਾਧੀ ਹੈ ਭਲਾ ਉਸ ਦਾ ਹੋਣਾ, ਜਿਸ ਨੇ ਨਹੀਂ ਖਾਧੀ ਉਸ ਦਾ ਨਹੀਂ ਹੋਣਾ। ਜਿਸ ਨੇ ਦਵਾਈ ਖਾ ਲਈ, ਮਹਾਰਾਜ ਜੀ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਚਾਹੇ ਕੀਰਤਨ ਚਾਹੇ ਕਥਾ, ਇਹ ਦੋਨੇ ਹੀ ਮਹਾਰਾਜ ਜੀ ਦੀ ਦੁਆਰਾ ਦਿੱਤੀ ਹੋਈ ਔਸ਼ਧੀ ਹੈ, ਭੋਜਨ ਹੈ। ਜਿਸ ਨੇ ਖਾ ਲਿਆ, ਜੇ ਕੋ ਖਾਵੇ ਜੇ ਕੋ ਪਹੁੰਚਿਆ ਤਿਸਕਾ ਹੋਏ ਉਧਾਰ ਹੋ। ਸੋ ਮਹਾਰਾਜ ਜੀ ਮਿਹਰ ਕਰਨ, ਸਭ ਦਾ ਭਲਾ ਹੋਵੇ। ਮਹਾਰਾਜ ਸਭ ਨੂੰ ਖੁਸ਼ੀਆਂ ਦੇਣੀਆਂ, ਸਭ ਨੂੰ ਬਖਸ਼ ਲੈਣਾ ਸਾਨੂੰ। ਅਸੀਂ ਖਿਨ ਖਿਨ ਭੁੱਲਣਹਾਰ ਹਾਂ। ਸਭ ਦੇ ਬੱਚਿਆਂ ਦੇ ਕਾਰਜ, ਸਭ ਦੇ ਪਰਿਵਾਰਾਂ ਦੇ ਕਾਰਜ ਰਾਸ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।